हाँ जी बेटा, अज आप वीर काव बारे पढ़ांगे। श्री गुरु गोबिंद सिंह जी उन्हों के बारे पढ़ांगे। आप 1666 ईस्वी ਦੇ ਵਿੱਚ श्री गुरु गोबिंद सिंह जी का जन्म होया सी ਅਤੇ 1708 ईस्वी ਦੇ ਵਿੱਚ ਉਹ ਜੋਤੀ ਜੋਤ ਸਮਾਏ ਗਏ ਸੀ। सब तो पहला आप गुरु गोबिंद सिंह जी बारे पढ़ लें, उन्होंने जीवन से आप थोड़ा जिहा चानना पाने। ठीक है, फिर उस तो बाद आप उन्होंने जो लिखिया हुई है चंडी की वार है उस बारे आप पढ़ांगे। ठीक है, गुरु गोबिंद सिंह जी ने अपने 42 वरियां दे जीवन काल विच लोकां दे जीवन दी नुहार बदल दित्ती। उन्हां खालसा पंथ सजाया, जुल्म के खिलाफ कई लड़ाइयां लड़ियां। इस काम लई आप दे माता पिता अते बच्चे भी शहीद हो गए। आप इस दे नाल नाल उन्हां ਸਾਹਿਤ ਦੇ ਖੇਤਰ ਵਿੱਚ ਵੀ ਮਹਾਨ ਹਿੱਸਾ ਪਾਇਆ। ਆਪ ਨੇ ਬ੍ਰਿਜ ਭਾਸ਼ਾ, ਪੰਜਾਬੀ ਅਤੇ ਫਾਰਸੀ ਵਿੱਚ ਰਚਨਾ ਕੀਤੀ। ਆਪ ਦੀਆਂ ਪ੍ਰਸਿੱਧ ਰਚਨਾਵਾਂ ਹੇਠ ਲਿਖੀਆਂ ਹਨ: ਜਾਪ ਸਾਹਿਬ, ਅਕਾਲ ਉਸਤਤ, ਬਚਿੱਤਰ ਨਾਟਕ, ਗਿਆਨ ਪ੍ਰਬੋਧ, ਸ਼ਸਤਰਨਾਮਾ, ਸਵਈਏ, ਚੰਡੀ ਚਰਿੱਤਰ, ਚੌਪਈ, ਚੰਡੀ ਦੀ ਵਾਰ, ਖਿਆਲ ਤੇ ਜਫਰਨਾਮਾ। ਠੀਕ ਹੈ, ਇਹ ਉਹਨਾਂ ਦੀਆਂ ਕਿਹੜੀਆਂ ਸੀ? ਮਹਾਨ ਰਚਨਾਵਾਂ ਸੀ ਜਿਹੜੀਆਂ ਲਿਖੀਆਂ ਹੋਈਆਂ ਸੀ। ਹੁਣ ਬੇਟਾ ਆਪਾਂ चंडी की वार बारे पढ़ लें। ठीक है, चंडी की वार। चोट पई दमामे दला मुकाबला। ठीक है, चोट पई दमामे दला मुकाबला। दमामे हुंदे ने नगारे। देवी दस्त, दस्त की हुंदा हथ। नचाई शेहन सार दी। ठीक है, शेहन शेरनी। पेट मलंदे लाई मैखे दैंत नूं। गुरदे आंदा खाई नाल रुकड़े। रुकड़े हुंदे ने गुरदे। ठीक है, पसलियां। जे ही दिल विच आई कह सुनाई के, चोटी जान दिखाई तारे धूमकेतु। ठीक है, धूमकेतु एक बोधी वाला तारा है जिहड़ा जिसनूं की है देखना बहुत ज़्यादा माड़ा समझा जाता है। ठीक है, हुण चोट पई दलां मुकाबला। ठीक है, हुण इस दे विच कवि की कह रहे ने, नगारियां ते चोटां पैण तो बाद गुरु गोबिंद सिंह जी ने लिखिया चंडी दी वार दे विच, नगारियां ते चोटां पैण तो बाद ने ਜਿਹੜੇ ਦੇਵਤੇ ਤੇ ਦੈਂਤਾਂ ਦੀਆਂ ਜਿਹੜੀਆਂ ਫੌਜਾਂ ਨੇ ਉਹਨਾਂ ਦਾ ਆਮੋ ਸਾਹਮਣੇ ਕੀ ਹੈ ਟੱਕਰੇ ਲਈ ਉਹ ਖੜ ਗਈਆਂ। ਠੀਕ ਹੈ, ਦੁਰਗਾ ਨੇ ਆਪਣੇ ਹੱਥ ਦੇ ਵਿੱਚ ਫੁਲਾਦੀ ਤਲਵਾਰ ਫੜੀ ਹੋਈ ਸੀ। ਠੀਕ ਹੈ, ਉਹ ਰਾਖਸ਼ਾਂ ਨੂੰ ਲਲਕਾਰ ਰਹੀ ਸੀ। ਪੇਟ ਮਲੰਦੇ ਲਾਈ ਮੈਖੇ ਦੈਂਤ ਨੂੰ। ਠੀਕ ਹੈ, ਉਹਨਾਂ ਨੇ ਚੰਡੀ ਦੀ ਵਾਰ ਦੇ ਵਿੱਚ ਲਿਖਿਆ ਗਿਆ ਜਿਹੜੀ ਦੁਰਗਾ ਦੇਵੀ ਸੀ ਉਹਨਾਂ ਨੇ ਮੈਖੇ ਸੁਰ ਦੇ ਪੇਟ ਦੇ ਵਿੱਚ, ਮੈਖਾਸੁਰ ਇੱਕ ਦੈਂਤ ਦਾ ਨਾਮ ਸੀ। ਠੀਕ ਹੈ, ਉਹਨੇ ਮੈਖੇਸੁਰ ਦੈਂਤ ਦੇ ਪੇਟ ਦੇ ਵਿੱਚ ਇਸ ਤਰ੍ਹਾਂ ਤਲਵਾਰ ਮਾਰੀ ਕਿ ਉਹ ਕੀ ਹੈ ਆਪਣੀਆਂ ਜਿਹੜੀਆਂ ਪਸਲੀਆਂ ਸੀ ਆਪਣੇ ਪੇਟ ਨੂੰ ਮਲਦਾ ਉਹ ਰਹਿ ਗਿਆ। ਗੁਰਦੇ ਆਂਦਾ ਖਾਈ ਨਾਲ ਰੁਕੜੇ। ਠੀਕ ਹੈ, ਤੇ ਤਲਵਾਰ ਦਾ ਜਿਹੜਾ ਬਾਰ ਸੀ ਉਹਦਾ ਇੰਨਾ ਤਿੱਖਾ ਸੀ, ਜਿਹੜੇ ਮੈਖਾਸੁਰ ਦੀਆਂ ਜਿਹੜੀਆਂ ਪਸਲੀਆਂ ਸੀ ਉਹ ਚੀਰੀਆਂ ਗਈਆਂ ਤੇ ਉਹਦੇ ਗੁਰਦੇ ਤੇ ਆਂਦਰਾਂ ਬਾਹਰ ਨਿਕਲ ਕੇ ਆ ਗਈਆਂ। ਜੇ ਹੀ ਦਿਲ ਵਿੱਚ ਆਈ ਕਹਿ ਸੁਣਾਈ ਕੇ, ਦੁਰਗਾ ਦੇ ਦਿਲ ਵਿੱਚ ਜੋ ਆਈ ਸੀ ਗੱਲ ਉਹਨੇ ਆਪਣੇ ਵਾਰ ਦੇ ਨਾਲ ਜ਼ਖਮੀ ਕਰਕੇ ਉਹਨੂੰ ਸਾਰੀ ਗੱਲ ਸੁਣਾ ਦਿੱਤੀ। ਚੋਟੀ ਜਾਣ ਦਿਖਾਈ ਤਾਰੇ ਧੂਮਕੇਤੂ। ਠੀਕ ਹੈ, ਤੇ ਮੈਖਾਸੁਰ ਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਕਿ ਉਸਨੇ ਬੋਧੀ ਵਾਲਾ ਜਿਹੜਾ ਤਾਰਾ ਦੇਖ ਲਿਆ ਹੋਵੇ। ਭਾਵ ਬੋਧੀ ਧੂਮਕੇਤੂ ਬਹੁਤ ਮਾੜਾ ਮੰਨਣ, ਜਦੋਂ ਜਿਹੜਾ ਵੀ ਉਹਨੂੰ ਦੇਖ ਲੈਂਦਾ ਤਾਰਾ ਇਹਨੂੰ ਤਾਂ ਉਹ ਕੀ ਮਾੜਾ ਸਮਝਿਆ ਜਾਂਦਾ ਵੀ ਇਹ ਮਾੜਾ ਦਿਖਿਆ ਇਹ ਤਾਰਾ। ਠੀਕ ਹੈ, ਤਾਂ ਉਸਨੂੰ ਆਪਣੇ ਦਲ ਦੇ ਵਿੱਚ ਆਉਣ ਵਾਲੇ ਜਿਹੜੇ ਮਾੜੇ ਵਕਤ ਦੇ ਸੰਕੇਤ ਮਿਲ ਗਏ ਸੀ। ਕਿਹਨੂੰ ਮਿਲ ਗਏ ਸੀ? ਮੈਖੇਸੁਰ ਦੈਂਤ ਨੂੰ। ਚੋਟਾਂ ਪਵਨ ਨਗਾਰੇ ਅਣੀਆਂ ਜੁਟੀਆਂ, ਧੂ ਲਈਆਂ ਤਰਵਾਰੀ ਦੇਵਾਂ ਦਾਨਵੀ, ਵਾਹਣ ਵਾਰੋ ਵਾਰੀ ਸੂਰੇ ਸੰਗਰੇ। ਠੀਕ ਹੈ, ਨਗਾਰਿਆਂ ਤੇ ਚੋਟਾਂ ਪੈਣ ਤੋਂ ਬਾਅਦ ਜਿਹੜੇ ਦੇਵਤੇ ਤੇ ਦੈਂਤ, ਠੀਕ ਹੈ, ਉਹਨਾਂ ਦੋਨਾਂ ਦੀਆਂ ਫੌਜਾਂ ਨੇ ਜਿਹੜੀਆਂ ਟਾਕਰੇ ਦੇ ਲਈ ਆਪਸ ਦੇ ਵਿੱਚ ਆਮੋ ਸਾਹਮਣੇ ਖੜ ਗਈਆਂ। ਦੇਵਤਿਆਂ ਤੇ ਜਿਹੜੇ ਦਾਨਵ ਨੇ ਉਹਨਾਂ ਨੇ ਆਪਣੀਆਂ ਆਪਣੀਆਂ ਜਿਹੜੀਆਂ ਤਲਵਾਰਾਂ ਨੇ ਮਿਆਨ ਦੇ ਵਿੱਚੋਂ ਬਾਹਰ ਕੱਢ ਲਈਆਂ। ਠੀਕ ਹੈ, ਮਿਆਨਾਂ ਦੇ ਵਿੱਚੋਂ ਕੱਢ ਕੇ ਉਹ ਹਮਲੇ ਕਰਨ ਦੇ ਲਈ ਉਹ ਤਿਆਰ ਹੋ ਗਏ। ਵਾਹਨ ਵਾਰੋ ਵਾਰੀ ਸੂਰੇ ਸੰਗਰੇ। ਠੀਕ ਹੈ, ਜਿਹੜੇ ਸੰਗਰੇ ਕੀ ਹੁੰਦੇ ਨੇ? ਬਹਾਦਰ ਹੁੰਦੇ ਨੇ। ਠੀਕ ਹੈ, ਤੇ ਜਿਹੜੇ ਉਹਨਾਂ ਦੇ ਨਾਲ ਬੜੀ ਬਹਾਦਰੀ ਦੇ ਨਾਲ ਇੱਕ ਦੂਸਰੇ ਤੇ ਵਾਰ ਨੇ ਉਹ ਜਿਹੜੇ ਕਰਨ ਲੱਗ ਪਏ। ਵਗੇ ਰਤ ਚੁਲਾਰੀ ਜਿਉਂ ਗੇਰੂ ਬਾਬਰਤਾ, ਦੇਖਣ ਬੈਠ ਅਟਾਰੀ ਨਾਰੀ ਰਾਖਸ਼ਾਂ। ਅਟਾਰੀ ਕੀ ਹੁੰਦੇ ਨੇ? ਮਹਿਲ ਹੁੰਦੇ ਨੇ। ਪਾਈ ਧੂਮ ਸਵਾਰੀ ਦੁਰਗਾ ਦਾਨਵੀ। ਠੀਕ ਹੈ, ਹੁਣ ਇਸ ਦੇ ਵਿੱਚ ਜਿਵੇਂ ਕਹਿੰਦੇ ਸਰੀਰ ਦੇ ਵਿੱਚੋਂ ਲੜਾਈ ਦੇ ਦੌਰਾਨ ਜਿਹੜੇ ਜ਼ਖਮੀ ਹੋਏ ਬੰਦੇ
ਇੰਨੇ ਜ਼ਿਆਦਾ ਬੰਦੇ ਨੇ ਜਿਹੜੇ ਜ਼ਖਮੀ ਹੋ ਗਏ। ਵਗੇ ਰਤ ਝੁਲਾਰੀ ਜਿਉਂ ਗੇਰੂ ਬਾਵਰਤਾ, ਉਹਨਾਂ ਦਾ ਰਤ ਹੈ ਜਿਹੜਾ ਖੂਨ ਹੈ ਇਸ ਤਰ੍ਹਾਂ ਵਗ ਰਿਹਾ ਸੀ ਜਿਵੇਂ ਗੇਰੂ ਰੰਗ ਬਾਵਰਤਾ, ਜਿਵੇਂ ਕੀ ਹੈ ਲਾਲ ਰੰਗ, ਪਾਣੀ ਦਾ ਜਿਹੜਾ ਲਾਲ ਰੰਗ ਹੈ ਉਹ ਵਗ ਰਿਹਾ ਹੋਵੇ ਵੀ, ਲਾਲ ਰੰਗ ਦਾ ਪਾਣੀ ਜਿਹੜਾ ਵਗ ਰਿਹਾ ਹੋਵੇ। ਦੇਖਣ ਬੈਠ ਅਟਾਰੀ ਨਾਰੀ ਰਾਖਸ਼ਾਂ ਦੀ ਜਿਹੜੀਆਂ ਪਤਨੀਆਂ ਸੀ ਉਹ ਆਪਣੇ ਮਹਿਲਾਂ ਦੇ ਵਿੱਚ ਬੈਠ ਕੇ ਲੜਾਈ ਵੇਖ ਰਹੀਆਂ ਸੀਗੀਆਂ, ਲੜਾਈ ਦੇ ਮੈਦਾਨ ਨੂੰ। ਪਈ ਧੂਮ ਸਵਾਰੀ ਦੁਰਗਾ ਦਾਨਵੀ, ਠੀਕ ਹੈ। ਤੇ ਉੱਥੇ ਲੜਾਈ ਦੇ ਮੈਦਾਨ ਦੇ ਵਿੱਚ ਬਹੁਤ ਜ਼ਿਆਦਾ ਸ਼ੋਰ ਸੀਗਾ। ਦੁਰਗਾ ਦੀ ਜਿਹੜੀ ਸਵਾਰੀ ਨੇ ਰਾਖਸ਼ਾਂ ਦੇ ਵਿੱਚ ਧੂਮਾਂ ਪਾ ਦਿੱਤੀਆਂ ਸੀਗੀਆਂ। ਨੈਕਸਟ ਹੈ ਲੱਖ ਨਗਾਰੇ ਵੱਜਣ ਆਮੋ ਸਾਹਮਣੇ, ਰਾਖਸ਼ ਰਣੋਂ ਨਾ ਭੱਜਣ ਰੋਹ ਰੋਹਲੇ, ਸ਼ੀਹਾਂ ਵਾਂਗੂ ਗੱਜਣ ਸਵੇ ਸੂਰਮੇ। ਸ਼ੀਹਾਂ ਹੁੰਦਾ ਸ਼ੇਰਾਂ, ਤਣ ਤਣ ਮਤਲਬ ਖਿੱਚ ਖਿੱਚ ਕੇ, ਕੈਬਰ ਹੁੰਦਾ ਤੀਰ, ਕੈਬਰ ਛੱਡਣ ਦੁਰਗਾ ਸਾਹਮਣੇ, ਠੀਕ ਹੈ। ਇਸ ਦੇ ਵਿੱਚ ਦੋਹਾਂ ਧਿਰਾਂ ਦੇ ਵਿੱਚ ਲੜਾਈ ਹੋਣ ਤੋਂ ਬਾਅਦ ਕੀ ਹੈ, ਲੱਖਾਂ ਹੀ ਨਗਾਰੇ ਵੱਜ ਰਹੇ ਸੀਗੇ ਤੇ ਫੌਜਾਂ ਨੇ ਜਿਹੜੀਆਂ ਆਪਣੀ ਸਮੁੱਚੀ ਤਾਕਤ ਦੇ ਨਾਲ ਕੀ ਹੈ ਲੜ ਰਹੀਆਂ ਸੀ। ਗੁੱਸੇ ਦੇ ਵਿੱਚ ਜਿਹੜੇ ਰਾਖਸ਼ ਸੀ ਉਹ ਮੈਦਾਨ ਛੱਡ ਕੇ ਜਾਣ ਲਈ ਤਿਆਰ ਨਹੀਂ ਸਨ। ਰਾਖਸ਼ ਰਣੋਂ ਨਾ ਭੱਜਣ ਰੋਹੇ ਰੋਲੇ, ਪਰ ਗੁੱਸੇ ਦੇ ਵਿੱਚ ਉਹ ਕੀ ਹੈ ਰਾਖਸ਼ ਨੇ ਜਿਹੜੇ ਮੈਦਾਨ ਛੱਡਣ ਦੇ ਲਈ ਨਹੀਂ ਤਿਆਰ ਸੀਗੇ। ਸ਼ੀਹਾਂ ਵਾਂਗੂ ਗੱਜਣ ਸਵੇ ਸੂਰਮੇ, ਸਾਰੇ ਜਿਹੜੇ ਸੂਰਮੇ ਸੀ ਸ਼ੇਰਾਂ ਦੇ ਵਾਂਗ ਗਰਜ ਰਹੇ ਸੀਗੇ ਤੇ ਦੁਰਗਾ ਤੇ ਖਿੱਚ ਖਿੱਚ ਕੇ ਉਹ ਤੀਰਾਂ ਦੇ ਨਾਲ ਵਾਰ ਕਰ ਰਹੇ ਸੀਗੇ, ਠੀਕ ਹੈ। ਤੇ ਨਾਲ ਹੀ ਕੀ ਸੀ, ਉਹ ਆਪਣੀ ਹਾਰ ਸਵੀਕਾਰ ਕਰਨ ਦੇ ਲਈ ਵੀ ਨਹੀਂ ਤਿਆਰ ਸੀਗੇ ਅਤੇ ਉਹ ਦੁਰਗਾ ਉਲਟਾ ਕੀ ਉਹ ਦੁਰਗਾ ਦੇਵੀ ਨੂੰ ਹਰਾਉਣ ਦੇ ਲਈ ਯਤਨ ਕਰ ਰਹੇ ਸੀਗੇ। ਉਖਲੀਆਂ ਨਾਸਾਂ ਜਿਨ੍ਹਾਂ ਮੂੰਹ ਜਾਪਣ ਆਲੇ, ਪਾਏ ਦੇਵੀ ਸਾਹਮਣੇ ਵੀਰ ਮੁੱਛਾਲੇ, ਵੱਡੀਆਂ ਵੱਡੀਆਂ ਮੁੱਛਾਂ ਵਾਲੇ ਨਾਸਾਂ ਸੀ ਜਿਹੜੇ ਉਹਨਾਂ ਦੇ ਨੱਕ ਸੀ ਉਹ ਕਿ ਉਖਲੀਆਂ ਵਰਗੇ ਇੰਨੇ ਚੌੜੇ ਨੱਕ ਸੀ ਉਹਦੇ ਵੀ, ਇਸ ਤਰ੍ਹਾਂ ਜਾਪ ਰਹੇ ਸੀਗੇ, ਠੀਕ ਹੈ। ਸੁਰਪਤ ਕੌਣ ਸੀ, ਜਿਹੜਾ ਦੇਵਤਿਆਂ ਦਾ ਰਾਜਾ ਸੀ ਇੰਦਰ। ਜਿਹੇ ਲੜ ਹਟੇ ਵੀਰ ਟਲੇ ਨਾ ਟਾਲੇ, ਗੱਜੇ ਦੁਰਗਾ ਘੇਰ ਕੇ ਜਾਣ ਘਣਿਆਰ ਕਾਲੇ। ਘਣਿਆਰ ਹੁੰਦੇ ਨੇ ਬੱਦਲ, ਠੀਕ ਹੈ। ਤਾਂ ਉਖਲੀਆਂ ਨਾਸਾਂ ਜਿਨ੍ਹਾਂ ਮੂੰਹ ਜਾਪਣ ਆਲੇ, ਲੜਾਈ ਦੇ ਮੈਦਾਨ ਦੇ ਵਿੱਚ ਦਾਨਵਾਂ ਦੀਆਂ ਜਿਹੜੀਆਂ ਨਾਸਾਂ ਸੀਗੀਆਂ, ਠੀਕ ਹੈ, ਉਹ ਕੀ ਆ ਉਖਲੀਆਂ ਦੇ ਵਾਂਗੂ ਭਾਵ ਵੱਡੀਆਂ ਵੱਡੀਆਂ ਸਨ। ਉਹਨਾਂ ਦੇ ਮੂੰਹ ਸੀ ਜਿਹੜੇ ਉਹ ਆਲਿਆਂ ਦੇ ਵਾਂਗੂ ਖੁੱਲੇ ਸੀਗੇ, ਜਿਵੇਂ ਵੱਡੇ ਵੱਡੇ ਆਲੇ ਹੁੰਦੇ ਨੇ। ਢਾਏ ਦੇਵੀ ਸਾਹਮਣੇ ਵੀਰ ਮੁੱਛਾਂ ਵਾਲੇ, ਜਿਹੜੇ ਬਹਾਦਰ ਸੂਰਮੇ ਸੀ, ਵੱਡੇ ਵੱਡੇ ਮੁੱਛਾਂ ਵਾਲੇ ਦਾਨਵ ਸੀਗੇ, ਉਹ ਜ਼ੋਰ ਦੇ ਨਾਲ ਕੀ ਦੁਰਗਾ ਦੇਵੀ ਦੇ ਸਾਹਮਣੇ ਕੀ ਉਹ ਹਮਲੇ ਕਰ ਰਹੇ ਸੀ, ਵਾਰ ਕਰ ਰਹੇ ਸੀ। ਸੁਰਪਤ ਜਿਹੇ ਲੜ ਹਟੇ ਵੀਰ ਟਲੇ ਨਾ ਟਾਲੇ। ਸੁਰਪਤ, ਠੀਕ ਹੈ, ਦੇਵਤਿਆਂ ਦਾ ਰਾਜਾ ਇੰਦਰ ਸੀ, ਉਹਦੇ ਵਰਗੇ ਵੀ ਜਿਹੜੇ ਲੜ ਕੇ ਹਾਰ ਚੁੱਕੇ ਸੀਗੇ, ਠੀਕ ਹੈ। ਦੇਵਤਿਆਂ ਦੇ ਰਾਜਾ ਜਿਹੜੇ ਇੰਦਰ ਵੀ ਇੰਦਰ ਨੂੰ ਵੀ ਹਰਾ ਚੁੱਕੇ ਸੀਗੇ ਜਿਹੜੇ ਰਾਖਸ਼ ਸੀਗੇ। ਗੱਜੇ ਦੁਰਗਾ ਘੇਰ ਕੇ ਜਣ ਘਣਿਆਰ ਕਾਲੇ, ਤੇ ਦੁਰਗਾ ਨੂੰ ਘੇਰ ਕੇ ਇਸ ਤਰ੍ਹਾਂ ਘੇਰ ਰਹੇ ਸੀਗੇ ਜਿਵੇਂ ਕੀ ਹੈ ਕਾਲੇ ਬੱਦਲ ਛਾਏ ਹੋਣ, ਪਰ ਦੁਰਗਾ ਦੇਵੀ ਵੀ ਕਿਸੇ ਪਾਸੋਂ ਵੀ ਉਹਨਾਂ ਤੋਂ ਹਾਰ ਮੰਨਣ ਲਈ ਤਿਆਰ ਨਹੀਂ ਸੀ। ਚੋਟ ਪਈ ਖਰਚਾਮੀ ਦਲਾ ਮੁਕਾਬਲਾ, ਘੇਰ ਪਈ ਵਰਿਆਮੀ ਦੁਰਗਾ ਆਈ ਕੇ, ਰਾਖਸ਼ ਵੱਡੇ ਅਲਾਮੀ ਭੱਜ ਨਾ ਜਾਣਦੇ, ਅੰਤ ਹੋਏ ਸੁਰਗਾਮੀ ਮਾਰੇ ਦੇਵਤਾ, ਠੀਕ ਹੈ। ਸੁਰਗਾਮੀ ਕੀ ਹੁੰਦਾ ਹੈ, ਸਵਰਗ ਦੇ ਰਾਹ ਤੇ ਚੱਲਣ ਵਾਲੇ, ਭਾਵ ਕਿ ਉਹਨਾਂ ਨੂੰ ਮੌਤ ਦੇ ਹਵਾਲੇ ਕਰ ਦਿੱਤਾ, ਠੀਕ ਹੈ। ਵਰਿਆਮੀ ਕੀ ਹੁੰਦੇ ਨੇ, ਬਹਾਦਰ, ਠੀਕ ਹੈ। ਤੇ ਅਲਾਮੀ ਹੁੰਦੇ ਨੇ ਜਗਤ ਦੇ ਵਿੱਚ ਜਿਹੜੇ ਪ੍ਰਸਿੱਧ ਹੁੰਦੇ ਨੇ ਉਹਨਾਂ ਨੂੰ ਅਲਾਮੀ ਬੋਲਦੇ ਨੇ, ਠੀਕ ਹੈ। ਚੋਟ ਪਈ ਖਰਚਾਮੀ ਦਲਾ ਮੁਕਾਬਲਾ, ਖੋਤਿਆਂ ਦੀ ਜਿਹੜੀ ਚਮੜੀ ਸੀਗੀ, ਠੀਕ ਹੈ, ਉਹਨਾਂ ਦੇ ਨਾਲ ਮੜੇ ਹੋਏ ਉਹਨਾਂ ਦੇ ਨਗਾਰੇ ਸੀ ਜਿਨ੍ਹਾਂ ਦੇ ਉੱਪਰ ਸੱਟਾਂ ਮਾਰ ਰਹੇ ਸੀਗੇ, ਭਾਵ ਬੜੀ ਜ਼ੋਰ ਦੀ ਉਹ ਜਿਹੜੇ ਨਗਾਰੇ ਸੀ ਉਹ ਵਜਾ ਰਹੇ ਸੀ ਲੜਾਈ ਦੇ ਮੈਦਾਨ ਦੇ ਵਿੱਚ। ਰਾਖਸ਼ਾਂ ਨੇ ਇਕੱਠੇ ਹੋ ਕੇ ਕੀ ਹੈ ਦੁਰਗਾ ਦੇਵੀ ਨੂੰ ਸਾਰੇ ਪਾਸੋਂ ਘੇਰ ਲਿਆ ਸੀਗਾ। ਰਾਖਸ਼ ਵੱਡੇ ਅਲਾਮੀ ਭੱਜ ਨਾ ਜਾਣਦੇ, ਠੀਕ ਹੈ। ਤੇ ਸਾਰੇ ਰਾਖਸ਼ੀ ਆਪਣੇ ਹੌਸਲੇ ਦੇ ਲਈ ਸਾਰੇ ਆਪਣੀ ਪੂਰੀ ਤਾਕਤ ਲਗਾਤੀ ਸੀ ਇਹਨਾਂ ਨੇ ਦੁਰਗਾ ਦੇਵੀ ਦੇ ਨਾਲ ਮੁਕਾਬਲਾ ਕਰਨ ਦੇ ਲਈ। ਅੰਤ ਹੋਏ ਸੁਰਗਾਮੀ ਮਾਰੇ ਦੇਵਤਾ, ਦੁਰਗਾ ਦੀ ਬਹਾਦਰੀ ਦੇ ਸਾਹਮਣੇ ਇਹਨਾਂ ਦੀ ਇੱਕ ਵੀ ਨਾ ਚੱਲੀ, ਇਹ ਸਾਰੇ ਹੀ ਸਵਰਗ ਨੂੰ ਚਲੇ ਗਏ, ਭਾਵ ਕੀ ਹੈ ਮੌਤ ਦੇ ਹਵਾਲੇ ਕਰ ਦਿੱਤੇ। ਦੋਹਾਂ ਕੰਧਾਰਾਂ ਮੂੰਹ ਜੁੜੇ ਦਲ ਘੁਰੇ ਨਗਾਰੇ, ਉਰੜ ਆਏ ਸੂਰਮੇ ਸਿਰਦਾਰ ਨਣਿਆਰੇ, ਲੈ ਕੇ ਤੇਗਾਂ ਵਰਸ਼ੀਆਂ ਹਥਿਆਰ ਉਭਾਰੇ, ਟੋਪ ਪਟੇਲਾਂ ਪਾਖਰਾਂ ਗਲ ਸੰਝ ਸਵਾਰੇ, ਠੀਕ ਹੈ ਬੇਟਾ। ਰਣਿਆਰ ਕੀ ਹੁੰਦੇ ਨੇ, ਰਣ ਦੇ ਵਿੱਚ ਮੈਦਾਨ ਦੇ ਵਿੱਚ ਜੂਝਣ ਵਾਲੇ, ਠੀਕ ਹੈ। ਤੇ ਉਸ ਤੋਂ ਬਾਅਦ ਫਿਰ ਕੀ ਹੈ, ਪਟੇਲਾਂ ਕੀ ਹੁੰਦੀਆਂ ਨੇ, ਅੱਖ ਦੀ ਰੱਖਿਆ ਦੇ ਲਈ ਜਿਹੜੇ ਕੀ ਹੈ ਲੋਹੇ ਦੀ ਉਹ ਲਗਾ ਨਹੀਂ ਲੈਂਦੇ ਹੈਗੇ ਸਾਈਡਾਂ ਤੇ ਵੀ ਅੱਖ ਦਾ ਬਚਾਅ ਰਹੇ, ਉਹਨੂੰ ਕੀ ਬੋਲਦੇ ਨੇ, ਪਟੇਲਾਂ ਬੋਲਦੇ ਨੇ, ਠੀਕ ਹੈ। ਤੇ ਪਾਖਰਾਂ ਕੀ ਹੁੰਦੇ ਨੇ, ਪਾਖਰ ਉਹ ਚੀਜ਼ ਹੁੰਦੀ ਹੈ ਜਿਵੇਂ ਗਲ ਦੇ ਵਿੱਚ ਸੰਜੋਏ ਨਹੀਂ ਪਾਏ ਹੁੰਦੇ ਹੈਗੇ ਲੋਹੇ ਦੇ, ਉਹਨੂੰ ਬੋਲਦੇ ਨੇ ਪਾਖਰਾਂ, ਠੀਕ ਹੈ। ਤੇ ਇਸ ਦੇ ਨਾਲ ਹੀ ਕੀ ਹੈ, ਦੋਹਾਂ ਕੰਧਾਰਾਂ ਮੂੰਹ ਜੋੜੇ ਦਲ ਘੁਰੇ ਨਗਾਰੇ, ਠੀਕ ਹੈ। ਨਗਾਰੇ ਦੀ ਜਿਹੜੀ ਚੋਟ ਸੀ, ਭਾਵ ਨਗਾਰਾ ਵੱਜਣ ਦੇ ਨਾਲ ਦੋਹਾਂ ਪਾਸਿਆਂ ਤੋਂ ਫੌਜਾਂ ਦੇ ਵਿੱਚ ਜਿਹੜੀ ਜੰਗ ਆ ਉਹ ਆਰੰਭ ਹੋ ਗਈ, ਸ਼ੁਰੂ ਹੋ ਗਈ, ਠੀਕ ਹੈ। ਤੇ ਨਾਲ ਹੀ ਦੋਹਾਂ ਪਾਸਿਆਂ ਤੋਂ ਵੱਡੇ ਵੱਡੇ ਜਿਹੜੇ
ਰਣ ਯੋਧੇ ਸੀ, ਜੰਗ ਦੇ ਮੈਦਾਨ ਦੇ ਵਿੱਚ ਲੜਨ ਵਾਲੇ ਜਿਹੜੇ ਯੋਧੇ ਸੀਗੇ ਉਹ ਵੀ ਮੈਦਾਨ ਦੇ ਵਿੱਚ ਉਤਰ ਆਏ। ਠੀਕ ਹੈ, ਉਹਨਾਂ ਨੇ ਆਪਣੀਆਂ ਕਿਰਪਾਨਾਂ, ਵਰਛੀਆਂ ਤੇ ਹੋਰ ਹਥਿਆਰ ਜਿਹੜੇ ਇੱਕ ਦੂਜੇ ਦੇ ਵੱਲ ਲਲਕਾਰ ਰਹੇ ਸੀ ਤੇ ਉਛਾਲ ਰਹੇ ਸੀਗੇ। ਉਛਾਲ ਕੇ ਆਪਣੇ ਹਥਿਆਰ ਉੱਚੇ ਕਰਕੇ ਉਹ ਕੀ ਹੈ ਇੱਕ ਦੂਸਰੇ ਨੂੰ ਲਲਕਾਰ ਰਹੇ ਸੀਗੇ। ਟੋਪ ਪਟੇਲਾ ਪੰਖਰਾਂ ਗਲ ਸੰਝ ਸਵਾਰੇ, ਉਹਨਾਂ ਨੇ ਆਪਣੀ ਸਰੀਰਕ ਸੁਰੱਖਿਆ ਦੇ ਲਈ ਕੀ ਹੈ ਟੋਪ ਸਿਰ ਤੇ ਲਏ ਹੋਏ ਸੀ। ਲੋਹੇ ਦੀ ਜਾਲੀ ਤੋਂ ਇਲਾਵਾ ਘੋੜਿਆਂ ਤੇ ਹਾਥੀਆਂ ਦੇ ਨਾਲ ਕੀ ਹੈ ਆਪਣੇ ਗਲੇ ਦੇ ਵਿੱਚ ਸੰਜੋਆਂ ਨੂੰ, ਭਾਵ ਕੀ ਹੈ ਲੋਹੇ ਦੀਆਂ ਜਾਲੀਆਂ ਦੇ ਨਾਲ ਆਪਣੇ ਸਰੀਰ ਨੂੰ ਢਕਿਆ ਹੋਇਆ ਸੀਗਾ। ਠੀਕ ਹੈ, ਲੈ ਕੇ ਬਰਛੀ ਦੁਰਗਾ ਸ਼ਾਹ ਬਹੁਤ ਦਾਨਵ ਮਾਰੇ, ਚੜੇ ਰੱਥੀ ਗਜ ਘੋੜੀ ਮਾਰ ਭੋਈ ਤੇ ਡਾਰੇ, ਜਾਨ ਹਲਵਾਈ ਸਿੰਖ ਵਿੱਚ ਵਿਨ ਵੜੇ ਉਤਾਰੇ। ਠੀਕ ਹੈ, ਤਾਂ ਇਸ ਦੇ ਵਿੱਚ ਕੀ ਹੈ ਕ੍ਰੋਧ ਦੇ ਵਿੱਚ ਜਿਹੜੀ ਆਈ ਦੁਰਗਾ ਸੀਗੀ ਉਹਨੇ ਆਪਣੀ ਬਰਛੀ ਦੇ ਨਾਲ ਅਨੇਕਾਂ ਹੀ ਜਿਹੜੇ ਕੀ ਹੈ ਰਾਖਸ਼ਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀਗਾ। ਠੀਕ ਹੈ, ਉਹ ਰਾਖਸ਼ ਜਿਹੜੇ ਰੱਥਾਂ ਦੇ ਵਿੱਚ ਆਏ ਸੀ, ਘੋੜਿਆਂ ਤੇ ਹਾਥੀਆਂ ਤੇ ਸਵਾਰ ਸੀਗੇ, ਸਾਰਿਆਂ ਨੂੰ ਕੀ ਹੈ ਦੁਰਗਾ ਦੇਵੀ ਨੇ ਆਪਣਾ ਸ਼ਿਕਾਰ ਬਣਾ ਲਿਆ, ਭਾਵ ਕੀ ਹੈ ਉਹਨਾਂ ਨੂੰ ਭੋਇੰ ਦੇ ਉੱਪਰ, ਭਾਵ ਜ਼ਮੀਨ ਦੇ ਉੱਪਰ ਉਹਨਾਂ ਨੂੰ ਮਾਰ ਕੇ ਸੁੱਟ ਦਿੱਤਾ। ਦੁਰਗਾ ਦੀ ਬਰਛੀ ਦੇ ਨਾਲ ਬਿੰਨੇ ਇਸ ਤਰ੍ਹਾਂ ਬਿੰਨੇ ਜਾ ਰਹੇ ਸੀਗੇ ਜਿਵੇਂ ਕਿਸੇ ਹਲਵਾਈ ਨੇ ਬੜੇ ਸੀਂਖ ਦੇ ਵਿੱਚ ਪਾ ਕੇ ਉਹ ਪਰੋਏ ਹੋਏ ਹੋਣ, ਭਾਵ ਉਹਨਾਂ ਨੂੰ ਉਹ ਭੁੰਨ ਰਹੇ ਹੋਣ। ਇਸ ਤਰ੍ਹਾਂ ਜਿਹੜੇ ਰਾਖਸ਼ ਸੀਗੇ ਉਹ ਦੁਰਗਾ ਦੇਵੀ ਦਾ ਮੁਕਾਬਲਾ ਨਾ ਕਰ ਸਕੇ, ਦੁਰਗਾ ਦੇਵੀ ਤੋਂ ਉਹ ਨਾ ਬਚ ਸਕੇ। ਦੋਹਾਂ ਕੰਧਾਰਾਂ ਮੂੰਹ ਜੁੜੇ ਨਾਲ ਧੌਂਸਾ ਭਾਰੀ, ਲਈ ਭਗੌਤੀ ਦੁਰਗ ਸ਼ਾਹ ਵਰ ਜਾਗਣ ਭਾਰੀ। ਜਿਹੜੇ ਦੁਰਗਾ ਦੇਵੀ ਨੂੰ ਤਲਵਾਰ ਮਿਲੀ ਹੋਈ ਸੀਗੀ ਉਹ ਵਰ ਪ੍ਰਾਪਤ ਤਲਵਾਰ ਸੀਗੀ। ਲਾਈ ਰਾਜੇ ਸੁੰਭ ਤੇ ਨੌ ਰਤ ਪੀਏ ਪਿਆਰੀ, ਸੁੰਭ ਪਲਾਣੋਂ ਡਿੱਗਿਆ ਉਪਮਾ ਵਿਚਾਰੀ, ਡੁੱਬ ਰਤੂ ਨਾਲੇ ਨਿਕਲੇ ਬਰਛੀ ਦੁਧਾਰੀ, ਜਾਨ ਰਜਾਦੀ ਉਤਰੀ ਪੈਨ ਸੂਹੀ ਸਾਰੀ। ਠੀਕ ਹੈ, ਸੂਹੀ ਸਾਰੀ ਮਤਲਬ ਕੀ ਹੁੰਦਾ ਹੈ ਸੂਹੇ ਰੰਗ ਦੀ ਲਾਲ ਸਾੜੀ। ਠੀਕ ਹੈ, ਤਾਂ ਹੁਣ ਇਸ ਦੇ ਵਿੱਚ ਕੀ ਹੈ ਦੋਹਾਂ ਕੰਧਾਰਾਂ ਮੂੰਹ ਜੁੜੇ ਨਾਲ ਧੌਂਸਾ ਭਾਰੀ। ਲੜਾਈ ਦੇ ਮੈਦਾਨ ਦੇ ਵਿੱਚ ਨਗਾਰੇ ਵੱਜ ਰਹੇ ਸੀ, ਦੋਹਾਂ ਧਿਰਾਂ ਦੇ ਵਿੱਚ ਆਪਸ ਦੇ ਵਿੱਚ ਫਿਰ ਲੜਾਈ ਸ਼ੁਰੂ ਹੋ ਗਈ। ਦੁਰਗਾ ਨੇ ਆਪਣੇ ਹੱਥ ਦੇ ਵਿੱਚ ਉਹ ਤਲਵਾਰ ਫੜੀ ਹੋਈ ਸੀ ਜਿਸ ਤਲਵਾਰ ਨੂੰ ਵਰ ਪ੍ਰਾਪਤ ਸੀਗਾ। ਉਸਨੇ ਉਹ ਤਲਵਾਰ ਦੇ ਨਾਲ ਰਾਖਸ਼ਾਂ ਦੇ ਜਿਹੜੇ ਰਾਜੇ ਸੀਗੇ ਸੁੰਭ ਤੇ ਨਿਸੁੰਭ ਦੋਨਾਂ ਦੇ ਉੱਤੇ ਵਾਰ ਕੀਤਾ ਤੇ ਉਹ ਕੀ ਹੈ ਤਲਵਾਰ ਹੈ ਜਿਹੜੀ ਲਹੂ ਦੀ ਪਿਆਸੀ ਸੀ, ਭਾਵ ਉਹਨਾਂ ਨੂੰ ਕੀ ਹੈ ਮੌਤ ਦੇ ਘਾਟ ਉਤਾਰ ਦਿੱਤਾ। ਸੁੰਭ ਜਿਹੜਾ ਉਹ ਤਲਵਾਰ ਦਾ ਵਾਰ ਸੀਗਾ ਉਹ ਸਹਾਰ ਨਾ ਸਕਿਆ, ਪਲਾਣੋਂ ਡਿੱਗਿਆ ਉਪਮਾ ਵਿਚਾਰੀ। ਠੀਕ ਹੈ, ਉਹ ਕੀ ਹੈ ਘੋੜੇ ਦੀ ਕਾਠੀ ਤੋਂ ਉਹ ਡਿੱਗ ਪਿਆ। ਤੇ ਗੁਰੂ ਜੀ ਦੀ ਸਥਿਤੀ ਨੂੰ ਅਲੰਕਾਰਿਕ ਭਾਸ਼ਾ ਦੇ ਵਿੱਚ ਬਿਆਨ ਕਰਦੇ ਹੋਏ ਲਿਖਦੇ ਨੇ, ਕਹਿੰਦੇ ਨੇ ਵੀ ਖੂਨ ਦੇ ਨਾਲ ਜਿਹੜੀ ਬਰਛੀ ਸੀ ਉਹ ਸੁੰਭ ਦੇ ਸਰੀਰ ਚੋਂ ਬਾਹਰ ਇਵੇਂ ਆਈ ਜਿਵੇਂ ਕੋਈ ਸ਼ਹਿਜ਼ਾਦੀ ਹੈ ਜਿਹੜੀ ਲਾਲ ਰੰਗ ਦੀ ਸਾੜੀ ਪਹਿਨ ਕੇ ਬਾਹਰ ਆਉਂਦੀ ਹੁੰਦੀ ਹੈ। ਠੀਕ ਹੈ, ਨੈਕਸਟ ਦੁਰਗਾ ਅਤੇ ਦਾਨਵੀ ਭੇੜ ਪਿਆ ਸਬਾਹੀ, ਸ਼ਸਤਰ ਪੁਜੂਤੇ ਦੁਰਗ ਸ਼ਾ ਗਹਿ ਸਭਨੀ ਬਾਹੀ, ਸੁੰਭ ਨਸੁੰਭ ਸੰਘਾਰਿਆ ਬੈਠੇ ਜਿਹੇ ਸਾਈ, ਫੌਜਾਂ ਰਾਖਸ ਆਰੀਆਂ ਦੇਖ ਰੋਵਨ ਧਾਹੀ, ਮੋਹ ਘੜੂਚੇ ਘਾਹ ਦੇ ਛੱਡ ਘੋੜੇ ਰਾਹੀ, ਭਜਦੇ ਹੋਏ ਮਾਰੀਅਨ ਮੁੜ ਝਾਕਣ ਨਾਹੀ। ਠੀਕ ਹੈ, ਸਬਾਹੀ ਕੀ ਹੁੰਦਾ ਸਵੇਰ ਤੋਂ। ਦੁਰਗਾ ਤੇ ਦਾਨਵੀ ਭਿੜ ਪਿਆ ਸਬਾਹੀ, ਸਵੇਰ ਤੋਂ ਹੀ ਦੁਰਗਾ ਤੇ ਰਾਖਸ਼ਾਂ ਦੀ ਲੜਾਈ ਜਿਹੜੀ ਆਰੰਭ ਹੋ ਗਈ ਸੀ। ਸਵੇਰ ਤੋਂ ਹੀ ਉਹਨਾਂ ਦੇ ਹੱਥਾਂ ਦੇ ਵਿੱਚ ਕੀ ਹੈ ਦੁਰਗਾ ਨੇ ਆਪਣੇ ਹੱਥਾਂ ਦੇ ਵਿੱਚ ਸ਼ਸਤਰ ਧਾਰਨ ਕਰਨ ਵਾਲੇ ਸ਼ਸਤਰ ਨੇ ਜਿਹੜੇ ਉਹ ਧਾਰਨ ਕਰ ਲਏ ਸੀਗੇ। ਉਧਰੋਂ ਦੂਜੇ ਪਾਸੇ ਸੁੰਭ ਤੇ ਨਿਸੁੰਭ ਨੇ ਵੀ ਆਪਣੇ ਹੱਥਾਂ ਦੇ ਵਿੱਚ ਸ਼ਸਤਰ ਧਾਰਨ ਕਰ ਲਏ ਸੀਗੇ। ਉਹਨਾਂ ਦੀ ਮੌਤ ਦੇ ਨਾਲ ਹੀ ਰਾਖਸ਼ਾਂ ਦੀ ਜਿਹੜੀਆਂ ਫੌਜਾਂ ਸੀ ਉਹਨਾਂ ਦਾ ਕੀ ਆ ਹੌਸਲਾ ਟੁੱਟ ਗਿਆ ਸੀਗਾ। ਫੌਜਾਂ ਰਾਖਸ ਆ ਰਹੀਆਂ ਦੇਖ ਰੋਵਨ ਤਾਹੀ, ਜਦੋਂ ਸੁੰਭ ਤੇ ਨਿਸੁੰਭ ਨੂੰ ਦੁਰਗਾ ਦੇਵੀ ਨੇ ਮਾਰਤਾ ਸੀਗਾ। ਠੀਕ ਹੈ, ਤਾਂ ਉਹਨਾਂ ਦੇ ਜਿਹੜੇ ਫੌਜਾਂ ਸੀਆਂ ਉਹਨਾਂ ਦੇ ਹੌਸਲੇ ਟੁੱਟ ਗਏ ਸੀਗੇ, ਤਾਂ ਹੀ ਮਾਰ ਕੇ ਉਹ ਤਾਂ ਮਾਰ ਕੇ ਰੋਣ ਲੱਗ ਪਏ ਸੀ। ਮੂੰਹ ਕੜੂਚੇ ਘਾਹ ਦੇ ਛੱਡ ਘੋੜੇ ਰਾਹੀ। ਠੀਕ ਹੈ, ਕੜੂਚੇ ਹੁੰਦੇ ਨੇ, ਘਾਹ ਦੇ ਕੂਚੇ ਹੁੰਦੇ ਨੇ, ਤੇ ਉਹਨਾਂ ਦੇ ਜਿਹੜੇ ਘੋੜੇ ਸੀ ਉਹ ਆਪਣੇ ਮੂੰਹ ਦੇ ਵਿੱਚ ਜਿਹੜੇ ਘਾਹ ਦੇ ਤੀਲੇ ਲੈ ਕੇ ਆਪਣੇ ਘੋੜਿਆਂ ਨੂੰ ਲੜਾਈ ਦੇ ਮੈਦਾਨ ਦੇ ਵਿੱਚ ਹੀ ਛੱਡ ਕੇ ਚਲੇ ਗਏ। ਰਾਖਸ਼ ਭਜਦੇ ਹੋਏ ਮਾਰੀਆਂ ਮੁੜ ਝਾਕਣ ਨਾਹੀ, ਉਹ ਦੁਰਗਾ ਦੇਵੀ ਦੀ ਮਾਰ ਇੰਨੀ ਭਿਆਨਕ ਸੀ ਉਹਨਾਂ ਨੇ ਕੀ ਪਿੱਛੇ ਮੁੜ ਕੇ ਵੀ ਬਿਲਕੁਲ ਵੀ ਨਹੀਂ ਦੇਖਿਆ ਹੈਗਾ। ਸੁੰਭ ਨੇ ਸੁੰਭ ਪਠਾਇਆ ਜਮਦੇ ਧਾਮ ਨੂੰ, ਇੰਦਰ ਸੱਦ ਬੁਲਾਇਆ ਰਾਜਾ ਅਬ ਖੇਖ ਨੋ। ਠੀਕ ਹੈ, ਪਰ ਸਿਰ ਪਰ ਛਤਰ ਫਿਰਾਇਆ ਰਾਜੇ ਇੰਦਰ ਦੇ, 14 ਲੋਕਾਂ ਛਾਇਆ ਜਿਸ ਜਗਮਾਤ ਦਾ, ਦੁਰਗਾ ਪਾਠ ਬਣਾਇਆ ਸਭੇ ਪੌੜੀਆਂ, ਫੇਰ ਨਾ ਜੂਨੀ ਪਾਇਆ ਆਇਆ ਜਿਨ ਇਹ ਗਾਇਆ। ਜਿਨ੍ਹਾਂ ਨੇ ਚੰਡੀ ਦੇ ਵਾਰ ਦਾ ਪਾਠ ਗਾਇਆ ਉਹ ਦੁਬਾਰਾ ਜੂਨ ਦੇ ਵਿੱਚ ਨਹੀਂ ਆਇਆ। ਸੁੰਭ ਨੇ ਸੁੰਭ ਪਠਾਇਆ ਜਮਦੇ ਧਾਮ ਨੂੰ। ਠੀਕ ਹੈ,
ਹੁਣ ਇਸ ਦੇ ਵਿੱਚ ਜਮ ਦੇ ਧਾਮ ਕੀ ਹੋ ਗਿਆ, ਰਾਜਾ ਲੋਕ ਹੋ ਗਿਆ, ਠੀਕ ਹੈ, ਜਮ ਲੋਕ, ਸੌਰੀ ਬੇਟਾ ਜਮ ਲੋਕ, ਠੀਕ ਹੈ, ਜਮਦੂਤ ਭਾਵ ਜਮ ਦੇ ਲੋਕ ਹੋ ਗਿਆ। ਪਠਾਇਆ ਕੀ ਹੁੰਦਾ, ਭੇਜ ਦਿੱਤਾ, ਠੀਕ ਹੈ। ਸੁੰਭ ਤੇ ਨਸੁੰਭ ਨੂੰ ਜਿਹੜਾ ਕੀ ਹੈ, ਦੁਰਗਾ ਦੇਵੀ ਨੇ ਰਾਖਸ਼ਾਂ ਦੀ ਲੜਾਈ ਦੇ ਵਿੱਚ ਦੁਰਗਾ ਦੇਵੀ ਨੇ ਸੁੰਭ ਤੇ ਨਸੁੰਭ ਨੂੰ ਜਮ ਦੇ ਲੋਕ ਦਾ ਰਸਤਾ ਦਿਖਾ ਦਿੱਤਾ, ਭਾਰਵੋ ਕੀ ਉਹਨਾਂ ਨੂੰ ਮਾਰ ਦਿੱਤਾ, ਠੀਕ ਹੈ। ਤੇ ਇਸ ਤੋਂ ਬਾਅਦ ਰਾਜੇ ਇੰਦਰ ਨੂੰ ਰਾਜ ਤਿਲਕ ਦੇ ਲਈ ਬੁਲਾਇਆ ਗਿਆ। ਫਿਰ ਸਿਰ ਤੇ ਛਤਰ ਫਿਰਾਇਆ ਰਾਜੇ ਇੰਦਰ ਦੇ। ਫਿਰ ਜਿਹੜੇ ਦੇਵਤਿਆਂ ਦੇ ਰਾਜਾ ਸੀ ਇੰਦਰ ਸੀਗਾ, ਉਹਨਾਂ ਦੇ ਸਿਰ ਤੇ ਸੀਸ ਤੇ ਛਤਰ ਝੁਲਾਇਆ ਗਿਆ ਤੇ ਤਿਲਕ ਲਗਾਇਆ ਗਿਆ, ਠੀਕ ਹੈ। ਤੇ ਨਾਲ ਹੀ ਕੀ ਹੈ, ਦੇਵਤਿਆਂ ਦਾ ਰਾਜਾ ਬਣਾ ਦਿੱਤਾ ਗਿਆ। 14 ਲੋਕਾਂ ਛਾਇਆ ਜਿਸ ਜਗਮਾਤ ਦਾ, ਠੀਕ ਹੈ। ਇਸ ਦੁਰਗਾ ਦੇਵੀ ਦੀ ਪ੍ਰਸ਼ੰਸਾ ਕੀਤੀ ਗਈ ਹੈ। ਜਿਹੜਾ ਕਾਰਜ ਹੈ ਬ੍ਰਹਮਣ ਦੇ 14 ਲੋਕਾਂ ਦੇ 14 ਹਿੱਸਿਆਂ ਦੇ ਵਿੱਚ ਬਹੁਤ ਜ਼ਿਆਦਾ ਪ੍ਰਸ਼ੰਸਾ ਪੂਰਵਕ ਬਣ ਗਿਆ। ਦੁਰਗਾ ਪਾਠ ਬਣਾਇਆ ਸਭੇ ਪੌੜੀਆਂ, ਫੇਰ ਨਾ ਜੋਨੀ ਆਇਆ ਜਿਨ ਇਹ ਗਾਇਆ। ਜਿਹੜਾ ਵੀ ਇਸ ਰਚਨਾ ਦਾ ਪੂਰਨ ਪਾਠ ਕਰੇਗਾ, ਇਹ ਚੰਡੀ ਦੇ ਉਹਨਾਂ ਨੇ ਚੰਡੀ ਦੇ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਦੀ ਜਿਹੜੀ ਰਚਨਾ ਪੌੜੀਆਂ ਦੇ ਵਿੱਚ ਕੀਤੀ ਹੈ, ਠੀਕ ਹੈ। ਤੁਹਾਨੂੰ ਸ਼ਾਰਟ 'ਚ ਇੱਕ ਕੋਪਰੇਸ਼ਨ ਵੀ ਪੁੱਛਿਆ ਜਾਂਦਾ ਵੀ ਚੰਡੀ ਦੀ ਵਾਰ ਹੈ ਜਿਹੜੀ ਇਹਦੀ ਰਚਨਾ ਕਿਹਦੇ ਵਿੱਚ ਕੀਤੀ ਗਈ ਹੈ, ਪੌੜੀਆਂ ਦੇ ਵਿੱਚ ਕੀਤੀ ਗਈ ਹੈ, ਠੀਕ ਹੈ। ਤਾਂ ਜਿਹੜਾ ਵੀ ਇਸ ਰਚਨਾ ਦਾ ਪੂਰਨ ਪਾਠ ਕਰੇਗਾ, ਪੂਰਾ ਪਾਠ ਕਰੇਗਾ, ਉਹ ਕੀ ਹੈ, ਆਵਾਗਮਨ ਭਾਵ ਕੀ ਹੈ 84 ਲੱਖ ਜੁਨਾਂ ਤੋਂ ਮੁਕਤੀ ਪ੍ਰਾਪਤ ਕਰ ਲਵੇਗਾ, ਭਾਵ ਕਿ ਜਨਮ ਮਰਨ ਦੇ ਚੱਕਰ ਤੋਂ ਉਹ ਮੁਕਤੀ ਪ੍ਰਾਪਤ ਕਰ ਲਵੇਗਾ। ਇਹ ਬੇਟਾ ਆਪਣਾ ਚੰਡੀ ਦੀ ਵਾਰ ਦਾ ਜਿਹੜਾ ਉਹ ਚੈਪਟਰ ਹੈ ਕੰਪਲੀਟ ਹੋ ਚੁੱਕਿਆ ਹੈ। ਤੁਸੀਂ ਨੇ ਇਸ ਵੀਡੀਓ ਨੂੰ ਧਿਆਨ ਨਾਲ ਦੇਖਣਾ, ਸੁਣਨਾ ਤੇ ਸਮਝਣਾ ਹੈ, ਠੀਕ ਹੈ।